So hello everyone, welcome to Raise Insight. I am educator Rashmi Sharma. ਸੋ ਜਿਵੇਂ ਕਿ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਰੀਸੈਂਟਲੀ ਆਪਾਂ ਨੇ ਇੱਕ PYQ ਸੀਰੀਜ਼ ਸ਼ੁਰੂ ਕੀਤੀ ਹੈ ਜੋ ਕਿ ਪੰਜਾਬ ਦੇ ਜਿੰਨੇ ਵੀ ਐਗਜ਼ਾਮ ਹੁਣ ਤੱਕ ਹੋ ਚੁੱਕੇ ਨੇ ਉਹਨਾਂ ਦੇ ਵਿੱਚ ਜੋ ਵੀ ਇੰਗਲਿਸ਼ ਸੈਕਸ਼ਨ ਦੇ ਕੁਐਸਚਨ ਪੁੱਛੇ ਗਏ ਨੇ ਆਪਾਂ ਉਹਨਾਂ ਨੂੰ ਸੋਲਵ ਕਰ ਰਹੇ ਹਾਂ। ਠੀਕ ਹੈ, ਸੋ ਅੱਜ ਦੀ ਵੀਡੀਓ ਦੇ ਵਿੱਚ ਆਪਾਂ ਸੋਲਵ ਕਰਾਂਗੇ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਜਿਸ ਦੇ ਵਿੱਚ ਇੰਗਲਿਸ਼ ਦੇ ਜੋ ਵੀ ਗ੍ਰਾਮੈਟਿਕਲ ਟੌਪਿਕ ਸੀਗੇ ਵਨ ਵਰਡ ਸਬਸਟੀਟਿਊਸ਼ਨ ਈਡੀਐਮ ਉਹ ਸਾਰੇ ਕੁਐਸਚਨਸ ਨੂੰ ਆਪਾਂ ਡਿਸਕਸ ਕਰਾਂਗੇ। ਇਸ ਤੋਂ ਪਹਿਲਾਂ ਵੀ ਆਪਾਂ ਇੱਕ ਵੀਡੀਓ ਆਲਰੇਡੀ ਅਪਲੋਡ ਕਰ ਚੁੱਕੇ ਹਾਂ ਜਿਹਦੇ ਵਿੱਚ ਆਪਾਂ ਨੇ ਲੇਬਰ ਇੰਸਪੈਕਟਰ ਦਾ ਜਿਹੜਾ ਪੇਪਰ ਹੈ ਉਹ ਸੋਲਵ ਕੀਤਾ ਸੀ ਉਸ ਦਾ ਇੰਗਲਿਸ਼ ਸੈਕਸ਼ਨ। ਜੇਕਰ ਤੁਸੀਂ ਉਹ ਵੀਡੀਓ ਹੁਣ ਤੱਕ ਨਹੀਂ ਦੇਖੀ ਤਾਂ ਡਿਸਕ੍ਰਿਪਸ਼ਨ ਦੇ ਵਿੱਚ ਉਸ ਦਾ ਲਿੰਕ ਤੁਹਾਨੂੰ ਮਿਲ ਜਾਏਗਾ, ਤੁਸੀਂ ਜਾ ਕੇ ਉਹ ਵੀਡੀਓ ਵੀ ਦੇਖ ਸਕਦੇ ਹੋ। ਸੋ ਅੱਜ ਆਪਾਂ ਸ਼ੁਰੂ ਕਰਦੇ ਹਾਂ ਐਕਸਾਈਜ਼ ਇੰਸਪੈਕਟਰ ਦਾ ਐਗਜ਼ਾਮ ਜੋ ਕਿ ਲਾਸਟ ਟਾਈਮ ਹੋਇਆ ਸੀਗਾ ਉਸ ਦੇ ਕੁਝ ਇੰਪੋਰਟੈਂਟ ਕੁਐਸਚਨ। ਸੋ ਸਭ ਤੋਂ ਪਹਿਲਾ ਆਪਣਾ ਕੁਐਸਚਨ ਹੈ read each sentence statement to find out the error in it। ਹੁਣ ਆਪਣੇ ਕੋਲ ਇਸ ਕੁਐਸਚਨ ਦੇ ਵਿੱਚ ਬੇਸਿਕਲੀ 4 ਡਿਫਰੈਂਟ ਸੈਂਟੈਂਸ ਗਿਵਨ ਨੇ ਤੇ ਤੁਸੀਂ ਫਾਈਂਡ ਆਊਟ ਕਰਨਾ ਹੈ ਕਿ ਸੈਂਟੈਂਸ ਦੇ ਕਿਸ ਪਾਰਟ ਦੇ ਵਿੱਚ ਗ੍ਰਾਮੈਟਿਕਲ ਐਰਰ ਗਿਵਨ ਹੈ। ਠੀਕ ਹੈ, ਜਿਵੇਂ ਆਪਣੇ ਕੋਲ ਸੈਂਟੈਂਸ ਗਿਵਨ ਹੈ Vishnu was trying to pass through the gap on the fence when he tore his shirt। ਹੁਣ ਇਸ ਸੈਂਟੈਂਸ ਦੇ ਵਿੱਚ ਬੇਸਿਕਲੀ ਆਪਣੇ ਕੋਲ ਇੱਕ ਫਰੇਜ਼ਲ ਵਰਬ ਯੂਜ਼ ਹੋਈ ਹੈ that is pass through। pass through ਹੁਣ pass through ਕੀ ਹੈ ਆਪਣੇ ਕੋਲ, ਤੁਸੀਂ ਇਹਨੂੰ ਫਿਕਸਡ ਪ੍ਰੈਪੋਜੀਸ਼ਨ ਵੀ ਕਹਿ ਸਕਦੇ ਹੋ ਜਾਂ ਫਿਰ ਤੁਸੀਂ ਇਹਨੂੰ ਕਹਿ ਸਕਦੇ ਹੋ ਫਰੇਜ਼ਲ ਵਰਬ। ਪਾਸ ਥਰੂ ਦਾ ਮਤਲਬ ਕੀ ਹੁੰਦਾ ਹੈ ਕਿ ਜਦੋਂ ਵੀ ਆਪਾਂ ਕਿਸੇ ਬ੍ਰਿਜ ਨੂੰ ਜਾਂ ਕਿਸੇ ਵੀ ਫੈਂਸਿੰਗ ਨੂੰ ਕ੍ਰੋਸ ਕਰਦੇ ਹਾਂ, ਫੈਂਸਿੰਗ ਜਾਂ ਫਿਰ ਕਿਸੇ ਵੀ ਬ੍ਰਿਜ ਨੂੰ ਕ੍ਰੋਸ ਕਰਨਾ ਪਾਰ ਕਰਨਾ, ਉਹਦੇ ਲਈ ਆਪਾਂ ਕਿਹੜੀ ਫਰੇਜ਼ਲ ਵਰਬ ਯੂਜ਼ ਕਰਦੇ ਹਾਂ that is a pass through। ਜਿਵੇਂ ਇੱਥੇ ਲਿਖਿਆ ਹੈ Vishnu was trying to pass through the gap on the fence। ਹੁਣ ਦੇਖੋ ਜਦੋਂ ਆਪਾਂ ਕਿਸੇ ਚੀਜ਼ ਨੂੰ ਕ੍ਰੋਸ ਕਰਦੇ ਆ ਤਾਂ ਆਪਾਂ ਉਸਦੇ ਇਨਸਾਈਡ ਜਾ ਕੇ ਉਹਨੂੰ ਕ੍ਰੋਸ ਕਰਾਂਗੇ। ਠੀਕ ਹੈ, ਤਾਂ ਇੱਥੇ ਔਨ ਦਾ ਫੈਂਸ ਨਹੀਂ ਆਣਾ ਚਾਹੀਦਾ, ਉਰੇ ਆਪਣੇ ਕੋਲ ਜੋ ਰਾਈਟ ਸਟਰਕਚਰ ਬਣੇਗੀ ਉਹ ਕੀ ਹੋਣੀ ਚਾਹੀਦੀ ਹੈ ਇਨ ਦਾ ਫੈਂਸ, ਨੋਟ ਔਨ ਦੀ ਫੈਂਸ। ਕੀ ਹੋਣਾ ਚਾਹੀਦਾ ਹੈ ਇਨ ਦਾ ਫੈਂਸ। ਸੋ ਕਿਹੜੇ ਪਾਰਟ ਦੇ ਵਿੱਚ ਗ੍ਰਾਮੈਟਿਕਲ ਐਰਰ ਹੈ that is the part number B। ਗੈਪ ਔਨ ਨਹੀਂ ਆਣਾ ਚਾਹੀਦਾ, ਕੀ ਆਣਾ ਚਾਹੀਦਾ ਹੈ ਗੈਪ ਇਨ। ਸੋ ਤੁਸੀਂ ਯਾਦ ਰੱਖਣਾ ਹੈ ਪਾਸ ਥਰੂ ਦਾ ਮਤਲਬ ਕੀ ਹੁੰਦਾ ਹੈ ਕਿਸੇ ਵੀ ਫੈਂਸਿੰਗ ਜਾਂ ਫਿਰ ਬ੍ਰਿਜ ਨੂੰ ਕ੍ਰੋਸ ਕਰਨਾ। ਠੀਕ ਹੈ, ਔਰ ਇਨ ਦਾ ਫੈਂਸ ਆਏਗਾ ਨੋਟ ਔਨ ਦਾ ਫੈਂਸ। ਹੋਰ ਵੀ ਕੁਝ ਇੰਪੋਰਟੈਂਟ ਆਪਣੇ ਫਰੇਜ਼ਲ ਵਰਬ ਨੇ ਜੋ ਅਕਸਰ ਐਗਜ਼ਾਮ 'ਚ ਪੁੱਛੇ ਜਾਂਦੇ ਨੇ, ਤੁਸੀਂ ਯਾਦ ਰੱਖ ਸਕਦੇ ਹੋ ਲੁੱਕ ਇਨਟੂ। ਲੁੱਕ ਇਨਟੂ ਲੁੱਕ ਇਨਟੂ ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਦੀ ਇਨਵੈਸਟੀਗੇਸ਼ਨ ਕਰਨਾ। ਲੁੱਕ ਇਨਟੂ ਮਤਲਬ ਇਨਵੈਸਟੀਗੇਟ। ਜਾਂ ਫਿਰ ਤੁਸੀਂ ਯਾਦ ਰੱਖ ਸਕਦੇ ਹੋ ਟਰਨ ਡਾਊਨ। ਟਰਨ ਡਾਊਨ ਟਰਨ ਡਾਊਨ ਦਾ ਮਤਲਬ ਕੀ ਹੁੰਦਾ ਹੈ ਕਿਸੇ ਚੀਜ਼ ਨੂੰ ਰਿਜੈਕਟ ਕਰਨਾ। ਟਰਨ ਡਾਊਨ ਮਤਲਬ ਰਿਜੈਕਟ ਕਰਨਾ। ਨੈਕਸਟ ਹੈ ਸੈਟ ਇਨ। ਸੈਟ ਇਨ ਸੈਟ ਇਨ ਦਾ ਮਤਲਬ ਹੈ ਕਿਸੇ ਚੀਜ਼ ਦੀ ਸ਼ੁਰੂਆਤ ਕਰਨਾ that is begin। ਨੈਕਸਟ ਇਜ਼ ਕਾਲ ਆਫ। ਕਾਲ ਆਫ ਦਾ ਮਤਲਬ ਹੁੰਦਾ ਹੈ ਕਿਸੇ ਵੀ ਮੀਟਿੰਗ ਨੂੰ ਜਾਂ ਕਿਸੇ ਵੀ ਕੰਮ ਨੂੰ ਕੀ ਕਰਨਾ ਪੋਸਟਪੋਨ ਕਰਨਾ that is a call off। and most important one ਜੋ ਕਾਫੀ ਜ਼ਿਆਦਾ ਐਗਜ਼ਾਮ 'ਚ ਪੁੱਛਿਆ ਜਾਂਦਾ ਹੈ that is a call on। call on ਦਾ ਮਤਲਬ ਕੀ ਹੈ go and visit। ਜਦੋਂ ਆਪਾਂ ਜਾ ਕੇ ਕਿਸੇ ਨੂੰ ਪਾਰਟਿਕੂਲਰਲੀ ਮਿਲ ਕੇ ਆਨੇ ਆ ਉਹਦੇ ਲਈ ਆਪਾਂ ਕਿਹੜਾ ਫਰੇਜ਼ਲ ਵਰਬ ਯੂਜ਼ ਕਰਾਂਗੇ call on। ਸੋ ਇਹ ਕੁਝ 5 ਇੰਪੋਰਟੈਂਟ ਫਰੇਜ਼ਲ ਵਰਬ ਹੈ ਜੋ ਤੁਸੀਂ ਯਾਦ ਰੱਖ ਸਕਦੇ ਹੋ look into, turn down, set in, call off and call off। so the right answer of this question is option number B। so moving to next one, question number 2। so question number 2 is read each sentence to find out the error। again ਇਸ question ਦੇ ਵਿੱਚ ਵੀ ਆਪਾਂ ਨੇ ਕਿਸ ਚੀਜ਼ ਨੂੰ find out ਕਰਨਾ ਹੈ error ਨੂੰ find out ਕਰਨਾ ਹੈ ਕਿ sentence ਦੇ ਕਿਸ part ਦੇ ਵਿੱਚ error ਹੈ। ਜਿਵੇਂ ਇੱਥੇ ਲਿਖਿਆ foolishly Meena threw some water on the electric heater when it catches fire and she got a shock। ਹੁਣ ਇਸ sentence ਦੇ ਵਿੱਚ ਸਭ ਤੋਂ ਪਹਿਲਾਂ ਦੇਖੋ threw ਲਿਖਿਆ ਹੈ। threw verb ਦੀ ਕਿਹੜੀ ਫਾਰਮ ਹੈ ਸੈਕਿੰਡ ਫਾਰਮ which means ਇਹ ਆਪਣੇ ਕੋਲ ਟੈਂਸ ਕਿਹੜਾ ਹੈ ਪਾਸਟ ਟੈਂਸ ਹੈ। ਤੇ ਲਾਸਟ ਵੀਡੀਓ ਦੇ ਵਿੱਚ ਵੀ ਆਪਾਂ ਨੇ ਡਿਸਕਸ ਕੀਤਾ ਸੀਗਾ ਕਿ ਜਦੋਂ ਵੀ ਆਪਾਂ ਕਿਸੇ ਵੀ ਸੈਂਟੈਂਸ ਦੇ ਵਿੱਚ ਆਪਣੇ ਕੋਲ ਪਹਿਲਾ ਸੈਂਟੈਂਸ ਪਾਸਟ ਦੇ ਵਿੱਚ ਗਿਵਨ ਹੈ ਤਾਂ ਪਾਸਟ ਦਾ ਕੰਬੀਨੇਸ਼ਨ ਹਮੇਸ਼ਾ ਕਿਹਦੇ ਨਾਲ ਬਣੇਗਾ ਪਾਸਟ ਟੈਂਸ ਦੇ ਨਾਲ ਹੀ ਬਣੇਗਾ। ਸੋ ਇਹ ਆਪਣੇ ਕੋਲ ਕੀ ਹੈ ਵਰਬ ਦੀ ਸੈਕਿੰਡ ਫਾਰਮ ਹੈ। ਠੀਕ ਹੈ, ਉਸ ਤੋਂ ਬਾਅਦ ਗॉट ਵੀ ਆਪਣੇ ਕੋਲ ਕੀ ਹੈ
पास्ट वर्ब है और इत्थे लिखा हुआ है कैचेस। कैचेस की है प्रेजेंट वर्ब, तो इत्थे आना की चाहिए पास्ट दा कॉम्बिनेशन पास्ट दे नाल बनेगा, सो कैच दी जगह ते की आएगा caught। Foolishly Meena threw some water on the electric heater when it caught fire and she got a shock। क्योंकि सेंटेंस ਦਾ फर्स्ट पार्ट पास्ट ਦੇ ਵਿੱਚ ਹੈ ਤਾਂ ਸੈਕੰਡ ਪਾर्ट ਵੀ ਕਿਹਦੇ ਵਿੱਚ ਹੋਣਾ ਚਾਹੀਦਾ ਹੈ ਪਾਸਟ। ਸੋ ਥਰਡ ਪਾर्ट ਦੇ ਵਿੱਚ ਐਰਰ ਹੈ, ਉੱਥੇ ਆਪਾਂ ਵਰਬ ਦੀ ਕਿਹੜੀ ਫਾਰਮ ਯੂਜ਼ ਕਰਾਂਗੇ ਸੈਕੰਡ ਫਾਰਮ, ਵਰਬ ਦੀ ਸੈਕੰਡ ਫਾਰਮ। ਠੀਕ ਹੈ, ਇੱਕ ਤੁਸੀਂ ਰੂਲ ਯਾਦ ਰੱਖ ਸਕਦੇ ਹੋ ਇੱਥੇ ਕਿ ਅਗਰ ਕਿਸੇ ਵੀ ਸੈਂਟੈਂਸ ਦੇ ਵਿੱਚ ਆਪਣੇ ਕੋਲ ਡਿਡ ਗਿਵਨ ਹੈ ਤਾਂ ਡਿਡ ਤੋਂ ਬਾਅਦ ਹਮੇਸ਼ਾ ਆਪਾਂ ਵਰਬ ਦੀ ਕਿਹੜੀ ਫਾਰਮ ਯੂਜ਼ ਕਰਾਂਗੇ ਫਸਟ ਫਾਰਮ। ਇਹ ਤੁਸੀਂ ਯਾਦ ਰੱਖਣਾ ਹੈ, ਪਾਸਟ ਟੈਂਸ ਦੇ ਵਿੱਚ ਆਪਾਂ ਇਹ ਸਟਰਕਚਰ ਯੂਜ਼ ਕਰਦੇ ਹਾਂ ਕਿ ਡਿਡ ਤੋਂ ਬਾਅਦ ਹਮੇਸ਼ਾ ਵਰਬ ਦੀ ਕਿਹੜੀ ਫਾਰਮ ਆਏਗੀ ਸੈਕੰਡ ਫਾਰਮ। ਸੋ ਨੈਕਸਟ ਮੂਵਿੰਗ ਟੂ ਅਨਦਰ ਵਨ, क्वेश्चन नंबर थर्ड। ਹੁਣ ਦੇਖੋ ਥਰਡ ਕੁਐਸਚਨ ਕੀ ਹੈ, ਆਪਾਂ ਨੇ ਸੈਂਟੈਂਸ ਦੇ ਵਿੱਚ ਆਪਾਂ ਨੂੰ ਕੋਈ ਸੈਂਟੈਂਸ ਹੈ ਜਿਹੜਾ ਉਹ ਅੰਡਰਲਾਈਨ ਕਰਕੇ ਦਿੱਤਾ ਹੋਇਆ, ਇਹਨਾਂ ਨੂੰ ਆਪਾਂ ਬੋਲਦੇ ਆ ਸੈਂਟੈਂਸ ਇੰਪਰੂਵਮੈਂਟ ਕਿ ਇਸ ਦੀ ਜਗ੍ਹਾ ਤੇ ਕੀ ਆਣਾ ਚਾਹੀਦਾ ਹੈ, ਕਿਸ ਦੇ ਨਾਲ ਇਸ ਨੂੰ ਆਪਾਂ ਰਿਪਲੇਸ ਕਰ ਸਕਦੇ ਹਾਂ। ਹੁਣ ਜਿਵੇਂ ਆਪਣਾ ਸੈਂਟੈਂਸ ਲਿਖਿਆ ਹੈ the driver did not accede at the demand of the people as he was aware of the risk involved in it। ਹੁਣ ਇਹ क्वेश्चन बेसिकली अपना फिक्स्ड प्रेपोजिशन ਦਾ ਹੈ। ਇਹ क्वेश्चन किस टॉपिक ਤੋਂ ਹੈ फिक्स्ड प्रेपोजिशन। ਹੁਣ फिक्स्ड प्रेपोजिशन ਦਾ ਮਤਲਬ ਕੀ ਹੁੰਦਾ ਹੈ ਕਿ ਆਪਣੇ ਕੋਲ ਕੁਝ ਪਾਰਟਿਕੂਲਰ ਵਰਬ ਨੇ ਜਿਨ੍ਹਾਂ ਦੇ ਨਾਲ ਆਪਾਂ ਪਾਰਟਿਕੂਲਰ ਪ੍ਰੈਪੋਜੀਸ਼ਨ ਦਾ ਯੂਜ਼ ਕਰਦੇ ਆ, that is a fixed preposition। ਜਿਵੇਂ ਸੈਂਟੈਂਸ ਦੇ ਵਿੱਚ ਆਪਾਂ ਨੂੰ ਅੰਡਰਲਾਈਨ ਕਰਕੇ ਦਿੱਤਾ ਹੋਇਆ ਹੈ did not accede at the demand। ਹੁਣ ਇੱਥੇ ਬੇਸਿਕਲੀ ਆਣਾ ਕੀ ਚਾਹੀਦਾ ਹੈ, अगर किसी भी सेंटेंस ਦੇ ਵਿੱਚ ਆਪਣੇ ਕੋਲ accede verb given है ਤਾਂ accede verb ਦੇ ਨਾਲ ਆਪਾਂ fixed preposition ਕਿਹੜੀ ਯੂਜ਼ ਕਰਾਂਗੇ that will be to। accede ਦੇ ਨਾਲ ਕੀ ਆਣਾ ਚਾਹੀਦਾ ਹੈ to ਆਣਾ ਚਾਹੀਦਾ ਹੈ। ਸੋ ਇਹ ਉਰੇ ਐਰਰ ਹੈ, ਇੱਥੇ ਕੀ ਲਿਖਿਆ ਹੋਇਆ ਹੈ at, ਆਣਾ ਕੀ ਚਾਹੀਦਾ ਹੈ to। ਹੁਣ ਦੇਖੋ ਫਰਸਟ ਪਾਰਟ 'ਚ at ਲਿਖਿਆ ਹੈ, ਸੈਕੰਡ 'ਚ at ਹੈ, ਥਰਡ 'ਚ by ਹੈ ਔਰ ਫੋਰਥ ਪਾਰਟ ਦੇ ਵਿੱਚ ਆਪਣੇ ਕੋਲ accede ਦੇ ਨਾਲ ਕੀ given ਹੈ to। So इसका जो right answer है that is the option number 4 D। D is the right answer। ठीक है, fixed preposition तुसी याद करनिया नहीं, जिवें accede दे नाल to आंदा है। नेक्स्ट तुसी याद रख सकते हो persist, persist दे नाल की आएगा with। नेक्स्ट वन इज abide, abide दे नाल आपां की यूज करदे हां by। नेक्स्ट वन इज according, according दे नाल आपां की यूज करदे हां to, according to। नेक्स्ट याद रख सकते हो डिप्रीव, डिप्रीव ਦੇ ਨਾਲ ਆਪਾਂ ਕੀ ਯੂਜ਼ ਕਰਦੇ ਆ ਆਫ, डिप्रीव ऑफ। सो ये कुछ पर्टिकुलर फिक्स्ड प्रैपोजिशन ने। अपना टेलीग्राम ਦਾ ਚੈਨਲ ਹੈ ਰੀਜ਼ ਇਨਸਾਈਟਸ ਤੇ ਇਹਨਾਂ ਦੀ ਜੋ ਪੀਡੀਐਫ ਹੈ ਆਲਰੇਡੀ ਅਪਲੋਡਡ ਹੈ, ਤੁਸੀਂ ਇੱਥੋਂ ਡਾਊਨਲੋਡ ਕਰਕੇ ਵੀ ਪੜ੍ਹ ਸਕਦੇ ਹੋ। ਠੀਕ ਹੈ ਜੀ। ਸੋ ਨੈਕਸਟ ਕੁਐਸਚਨ ਇਜ਼, ਨੈਕਸਟ ਕੁਐਸਚਨ ਦੇ ਵਿੱਚ ਵੀ ਆਪਾਂ ਨੇ ਸੈਂਟੈਂਸ ਇੰਪਰੂਵਮੈਂਟ ਨੂੰ ਕੀ ਕਰਨਾ ਹੈ ਇੰਪਰੂਵ ਕਰਨਾ ਹੈ, ਵਿਚ ਮੀਨਸ अपने कोल सेंटेंस अंडरलाइन किया हुआ है ते अपन ने फाइंड आउट करना है कि इस की ग्रामेटिकल एरर है। दो हिज एक्शन वर सेवर क्रिटिसिज्म ही डिडंट लूज हिज टेंपर। ਹੁਣ देखो जिवें ਆਪਾਂ पहले सेंटेंसेस ਦੇ ਵਿੱਚ ਇੱਕ ਰੂਲ ਪੜ੍ਹ ਕੇ ਆਏ ਆ ਕਿ ਪਾਸਟ ਦਾ ਕੰਬੀਨੇਸ਼ਨ ਹਮੇਸ਼ਾ ਕਿਹਦੇ ਨਾਲ ਬਣੇਗਾ ਪਾਸਟ ਦੇ ਨਾਲ ਬਣੇਗਾ। ਠੀਕ ਹੈ, ਜਿਵੇਂ ਇੱਥੇ ਲਿਖਿਆ ਹੋਇਆ ਹੈ did not lose ਤਾਂ ਇੱਥੇ ਵੀ ਕੀ ਹੈ ਵਰ ਯੂਜ਼ ਕੀਤਾ ਹੈ। ਵਰ ਸਟਰਕਚਰ ਵੀ ਆਪਾਂ ਕਦੋਂ ਯੂਜ਼ ਕਰਦੇ ਆ ਪਾਸਟ ਟੈਂਸ ਦੇ ਵਿੱਚ। ਹੁਣ ਦੇਖੋ ਪੂਰੀ ਇੰਗਲਿਸ਼ ਗ੍ਰਾਮਰ ਚ ਜਾਂ ਤਾਂ ਆਪਾਂ ਵਰ ਐਂਡ ਵਾਸ ਦੇ ਨਾਲ ਵਰਬ ਦੀ ਕਿਹੜੀ ਫਾਰਮ ਯੂਜ਼ ਕਰਨੇ ਆ ਆਈਐਨਜੀ। was और वर ਦੇ ਨਾਲ ਜਾਂ ਤਾਂ ਆਪਾਂ ਵਰਬ ਦੀ ਕਿਹੜੀ ਫਾਰਮ ਯੂਜ਼ ਕਰਾਂਗੇ ਆਈਐਨਜੀ ਫਾਰਮ। ਅਗਰ ਆਪਣਾ ਟੈਂਸ ਕਿਹੜਾ ਹੈ ਪਾਸਟ ਕੰਟੀਨਿਊ ਟੈਂਸ, ਪਾਸਟ ਕੰਟੀਨਿਊ ਟੈਂਸ। बट अगर अपने को was और वर गिवन है वर्ब दी फर्स्ट फॉर्म दे नाल ing गिवन नहीं है तो उस केस दे विच आपां वर्ब दी केड़ी फॉर्म यूज करांगे थर्ड फॉर्म यूज करांगे और ये अपने को केड़ी स्ट्रक्चर है पैसिव। जिवें आपां एक्टिव पैसिव पढ़दे हां सो ये अपने को पैसिव स्ट्रक्चर है। ठीक है, तो इत्थे वर क्रिटिसिज्म दी जगह ते की आना चाहिए क्रिटिसाइज्ड आना चाहिए। की आना चाहिए क्रिटिसाइज्ड। ਹੁਣ देखो जिवें अपने को फर्स्ट ही ऑप्शन है वर तो बाद अपने को की लिख के आना चाहिए क्रिटिसाइज। सो इसका जो राइट आंसर बनेगा दैट इज द ऑप्शन नंबर ए। सो याद रखना है या तो आपका was वर is am are दे नाल is am are दे नाल
वर्ब ਦੀ फर्स्ट फॉर्म ਨਾਲ ing यूज करांगे या फिर ਆਪਾਂ ਕਿਹੜੀ फॉर्म यूज करांगे थर्ड फॉर्म। इसका मतलब की है कि जो अपना सेंटेंस है वो किस फॉर्म च गिवन है पैसिव फॉर्म। ठीक है, सो वर्ब तो बाद अपने को क्रिटिसाइज आना चाहिए सी। सो ऑप्शन नंबर ए इज द राइट आंसर। मूविंग टू नेक्स्ट वन। सो द नेक्स्ट सेंटेंस इज डू यू नो। ਹੁਣ ਸਭ ਤੋਂ ਪਹਿਲਾਂ ਤੁਸੀਂ ਸਟਰਕਚਰ ਨੂੰ ਆਇਡੈਂਟੀਫਾਈ ਕਰਨਾ ਹੈ ਡੂ ਯੂ ਨੋ ਕਿ ਡੂ ਯੂ ਨੋ ਆਪਣਾ ਜਿਹੜਾ ਸੈਂਟੈਂਸ ਹੈ ਇਹ ਕਿਹੜਾ ਸੈਂਟੈਂਸ ਹੈ ਡੂ ਯੂ ਨੋ दैट इज अ प्रेजेंट इंडेफिनिट टेंस। प्रेजेंट इंडेफिनिट टेंस। ठीक है जी, अगर ਤੁਸੀਂ ਆਪਸ਼ਨਸ ਦੇ ਥਰੂ ਇਸ ਨੂੰ ਸੋਲਵ ਕਰਨਾ ਹੈ ਹੁਣ ਦੇਖੋ ਜਿਵੇਂ ਇੱਥੇ she ਲਿਖਿਆ ਹੈ she ਕੀ ਹੈ ਸਿੰਗੂਲਰ ਹੈ ਤਾਂ she ਦੇ ਨਾਲ ਕਮ ਨਹੀਂ ਆਣਾ ਚਾਹੀਦਾ ਕੀ ਆਣਾ ਚਾਹੀਦਾ ਕਮਸ ਆਣਾ ਚਾਹੀਦਾ ਤਾਂ ਆਪਣੇ ਕੋਲ ਡੀ ਆਪਸ਼ਨ ਤਾਂ ਰਾਈਟ ਆਨਸਰ ਨਹੀਂ ਹੈ। ਨੈਕਸਟ ਵਨ ਇਜ਼ ਇੱਥੇ ਵੀ she comes ਲਿਖਿਆ ਹੈ ਇੱਥੇ ਵੀ ਕੀ ਲਿਖਿਆ ਹੈ she comes ਬਟ ਇੱਥੇ ਕੀ ਲਿਖਿਆ ਅਗੇਨ she come ਲਿਖਿਆ ਹੈ ਤੇ ਇਹ ਵੀ ਯਾਦ ਰੱਖਣਾ ਹੈ ਕਿ does ਤੋਂ ਬਾਅਦ ਆਪਾਂ ਵਰਬ ਦੀ ਫਾਰਮ ਕਿਹੜੀ ਯੂਜ਼ ਕਰਦੇ ਹਾਂ ਫਸਟ ਫਾਰਮ। ਹੁਣ ਜਿਵੇਂ ਆਪਣਾ ਇਹ ਕੁਐਸਚਨ ਹੈ ਡੂ ਯੂ ਨੋ ਵੇਅਰ she comes from। ਹੁਣ ਦੇਖੋ comes ਤੋਂ ਬਾਅਦ from ਆਣਾ ਚਾਹੀਦਾ ਹੈ come ਤੋਂ ਪਹਿਲਾਂ from नहीं आना चाहिए ਤਾਂ ਇਹ ਵਾਲਾ ਆਪਸ਼ਨ ਵੀ ਆਪਣਾ ਗਲਤ ਹੈ ਡੀ ਆਪਸ਼ਨ ਵੀ ਆਪਣਾ ਗਲਤ ਹੈ ਔਰ ਆਲਰੇਡੀ ਆਪਣੇ ਕੋਲ ਸੈਂਟੈਂਸ ਕੀ ਹੈ ਇੰਟਰੋਗੇਟਿਵ ਫਾਰਮ ਚ ਹੈ ਤਾਂ ਇਹਨੂੰ ਆਪਾਂ ਦੁਬਾਰਾ ਤੋਂ ਇੰਟਰੋਗੇਟਿਵ ਫਾਰਮ ਦੇ ਵਿੱਚ ਨਹੀਂ ਬਣਾਵਾਂਗੇ। ਇਸ ਦਾ ਜੋ ਰਾਈਟ ਆਨਸਰ ਬਣੇਗਾ दैट इज द ऑप्शन नंबर ए where she comes from। so option number A is the right sentence। ਹੁਣ ਇਹ ਜਿਹੜਾ ਆਪਣਾ ਟੈਂਸ ਹੈ ਪ੍ਰੈਜ਼ੈਂਟ ਇੰਡੈਫਿਨਿਟ ਟੈਂਸ ਇਸ ਦੇ ਵਿੱਚ ਤੁਸੀਂ ਦੋ ਚੀਜ਼ਾਂ ਯਾਦ ਰੱਖਣੀਆਂ ਜਿਵੇਂ ਡੂ ਹੈ ਡੂ ਔਰ ਡਸ ਤੋਂ ਬਾਅਦ ਹਮੇਸ਼ਾ ਆਪਾਂ ਵਰਬ ਦੀ ਫਾਰਮ ਕਿਹੜੀ ਯੂਜ਼ ਕਰਦੇ ਹਾਂ ਫਸਟ ਫਾਰਮ। ਇੱਕ ਤਾਂ ਤੁਸੀਂ ਇਹ ਯਾਦ ਰੱਖਣਾ ਹੈ ਸੈਕੰਡ ਤੁਸੀਂ ਯਾਦ ਰੱਖਣਾ है कि अगर अपना सेंटेंस सॉरी सब्जेक्ट की है सिंगुलर अगर अपना सब्जेक्ट है सिंगुलर सिंगुलर का मतलब की है कि फॉर एग्जांपल अपने को गिवन है ही शी इट किसी भी पर्सन का नेम एवरीवन ईच समवन इन्हां सारियां दे नाल आपां की यूज करदे आ डज यूज करदे आ। अगर अपना सेंटेंस नेगेटिव है फिर आपां की यूज करांगे डज नॉट। अगर अपना सेंटेंस पॉजिटिव है फिर आपां वर्ब दे फर्स्ट फॉर्म दे नाल की यूज करदे आ एस और ईएस। बट अगर अपना सब्जेक्ट की है प्लूरल अगर अपना सब्जेक्ट की है प्लूरल है फॉर एग्जांपल आई यू वी दे पीपल कोई भी प्लूरल सब्जेक्ट गिवन है तो उस तो बाद ਆਪਾਂ नेगेटिव च की यूज करांगे डू नॉट और पॉजिटिव सेंटेंस ਦੇ ਵਿੱਚ ਆਪਾਂ ਵਰਬ ਦੀ ਕਿਹੜੀ ਫਾਰਮ ਯੂਜ਼ ਕਰਾਂਗੇ ਫਸਟ ਫਾਰਮ। ਹੁਣ ਕਾਫੀ ਸਾਰੇ ਸਟੂਡੈਂਟ ਦਾ ਕੁਐਸਚਨ ਹੁੰਦਾ ਹੈ ਕਿ ਆਈ ਨੂੰ ਤਾਂ ਆਪਾਂ ਸਿੰਗੂਲਰ ਮੰਨਦੇ ਆ ਬਟ ਪ੍ਰੈਜ਼ੈਂਟ ਕੇਸ ਦੇ ਵਿੱਚ ਆਪਾਂ ਆਈ ਦੇ ਨਾਲ ਕੀ ਲਗਾਉਂਦੇ ਆ ਡੂ ਨॉट। ਪ੍ਰੈਜ਼ੈਂਟ ਕੇਸ ਦੇ ਵਿੱਚ ਆਪਾਂ ਆਈ ਦੇ ਨਾਲ ਕੀ ਲਗਾਵਾਂਗੇ ਡੂ ਨॉट और पॉजिटिव ਦੇ ਵਿੱਚ ਕੀ ਲਗਾਵਾਂਗੇ ਸਿੰਪਲ ਵਰਬ ਦੀ ਕਿਹੜੀ ਫਾਰਮ ਲੱਗੇਗੀ ਫਸਟ ਫਾਰਮ। ਫॉर एग्जांपल ਇੱਥੇ ਲਿਖਿਆ ਹੈ ਹੀ ਹੁਣ ਹੀ ਕੀ ਹੈ ਸਿੰਗੂਲਰ ਤਾਂ ਇਹਦੇ ਲਈ ਆਪਾਂ ਪਲੇ ਯੂਜ਼ ਕਰਾਂਗੇ ਜਾਂ ਫਿਰ ਆਪਾਂ ਪਲੇਜ਼ ਯੂਜ਼ ਕਰਾਂਗੇ। ਹੁਣ ਇਹ ਸਿੰਗੂਲਰ ਹੈ ਤਾਂ ਵਰਬ ਦੇ ਫਸਟ ਫਾਰਮ ਦੇ ਨਾਲ ਕੀ ਆਣਾ ਚਾਹੀਦਾ ਐਸ ਸੋ ਕੀ ਆਏਗਾ ਪਲੇਜ਼। ਹੁਣ ਫॉर एग्जांपल ਇੱਥੇ ਲਿਖਿਆ ਹੈ ਯੂ ਹੁਣ ਯੂ ਦੇ ਨਾਲ ਕੀ ਆਏਗਾ ਕਮ ਜਾਂ ਫਿਰ ਆਪਾਂ ਯੂ ਦੇ ਲਈ ਕੀ ਯੂਜ਼ ਕਰਾਂਗੇ ਕਮਸ। ਹੁਣ ਯੂ ਕੀ ਹੈ ਆਪਣੇ ਕੋਲ ਪਲੂਰਲ ਸਬਜੈਕਟ ਹੈ ਤਾਂ ਇਹਦੇ ਲਈ ਆਪਾਂ ਸਿੰਪਲ ਵਰਬ ਦੀ ਕਿਹੜੀ ਫਾਰਮ ਯੂਜ਼ ਕਰਾਂਗੇ ਫਸਟ ਫਾਰਮ। ਸੋ ਇੱਥੇ ਕੀ ਆਏਗਾ that will be come। ਠੀਕ ਹੈ, ਸੋ ਇਹ ਰੂਲ ਤੁਸੀਂ ਯਾਦ ਰੱਖਣੇ ਹੈ ਐਗਜ਼ਾਮ 'ਚ ਪੁੱਛੇ ਜਾ ਸਕਦੇ ਨੇ। ਹੁਣ ਨੈਕਸਟ ਵਨ ਇਜ਼ ਨੈਕਸਟ ਜਿਹੜਾ ਆਪਣਾ ਕੁਐਸਚਨ ਹੈ ਇਹ ਵੋਕੈਬਲਰੀ ਬੇਸਡ ਹੈ ਫਿਲਿੰਗ ਇਨ ਦਾ ਬਲੈਂਕਸ। ਦ ਕੁਐਸਚਨ ਇਜ਼ The family gave father a gold watch on the dash of his 15th birthday। ऑन टाइम नहीं आएगा ऑन फॉल नहीं आएगा ऑन सेलिब्रेशन नहीं आएगा सिंपल जा क्वेश्चन है। इसका जो राइट आंसर बनेगा दैट इज ऑप्शन नंबर ए ओकेजन। ठीक है, सो याद रखना है ओकेजन स्पेलिंग च भी आ जाता है सो स्पेलिंग ਲਈ भी ਤੁਸੀਂ ਇਸ क्वेश्चन ਨੂੰ याद रख सकते हो। सो द नेक्स्ट वन इज स्पेलिंग बेस्ड। ਹੁਣ ਦੇਖੋ ਮੈਕਸਿਮਮ ਸਪੈਲਿੰਗ ਬੇਸਡ ਕੁਐਸਚਨ ਹਰੇਕ ਟ੍ਰਿਪਲ ਐਸਪੀ ਐਗਜ਼ਾਮ ਦੇ ਵਿੱਚ ਪੁੱਛੇ ਜਾਂਦੇ ਨੇ। ਹੁਣ ਮੈਂ ਸੈਕਰ ਦੀ ਸਪੈਲਿੰਗ ਪੁੱਛੇ ਨੇ ਮੈਂ ਸੈਕਰ ਸੋ दैट इज द राइट आंसर ऑफ मैं सैकर। सो ऑप्शन नंबर MASSACRE ਐਕਰ ਤੋਂ ਤੁਸੀਂ ਯਾਦ ਰੱਖ ਸਕਦੇ ਹੋ ऑप्शन नंबर डी मैं सैकर। ਇਹ ਤੁਸੀਂ ਯਾਦ ਰੱਖਣਾ ਹੈ ਕਨਵੇਲਿਸ ਐਂਡ ਐम्बैरेसमेंट। ठीक है, कुछ स्पेलिंग्स ने
जो रिपीटेडली एग्जाम च पूछे जाते हैं। अगेन नेक्स्ट क्वेश्चन भी अपना किस दे रिलेटेड है, स्पेलिंग दे रिलेटेड है। जिवें फर्स्ट वन इज एग्जाम्पलरी, एग्जाम्पलरी दी राइट स्पेलिंग की है एग्जाम्पलरी। नेक्स्ट वन इज एम्बैरस, एम्बैरस। नेक्स्ट इज एनवियस, एनवियस एंड एक्सीलेंस, एक्सीलेंस। ठीक है जी। सो इसका जो राइट आंसर बनेगा दैट इज दोनों ने एम्बैरस और एनवियस की स्पेलिंग सही लिखे हुए ने। सो ऑप्शन नंबर बी एंड सी बोथ आर करेक्ट। ठीक है, याद रखने हैं तुसी। नेक्स्ट वन इज क्लासिफिकेशन। कह सकते हो तुसी सब तो पहला तो आइडेंटिफाई करना है कि अगर इवें दा क्वेश्चन तुहाडे एग्जाम च आंदा है, पहला तुहानूं इन्हां दे मीनिंग पता होने चाहिए ने, तां ही तुसी आइडेंटिफाई कर सकते हो कि ये दोनों वर्ड एक दूजे दे सिनोनिम्स ने या फिर एंटोनियम्स ने। हुण जिवें इत्थे लिखिआ जेन्युइन, द वर्ड इज जेन्युइन। हुण जेन्युइन दा मतलब की हुंदा है रियल, जेन्युइन दा मतलब की हुंदा है रियल, या फिर आपां की बोलदे आ ऑथेंटिक, नेचुरल, ऑथेंटिक एंड नेचुरल, मतलब कि कोई भी चीज असली है। सो जेन्युइन का मतलब की हुंदा है रियल। उस तो बाद लिखा है सिम्युलेटेड, सिम्युलेटेड का मतलब की हुंदा है कोई चीज नकली है, विच मीन्स फेक, स्प्यूरियस, अनरियल, मैन मेड और आर्टिफिशियल। तो उन्हें तो पता लगता है कि ये एक दूजे के की ने एंटोनियम ने, ये दोनों वर्ड की ने एंटोनियम। उसी तरीके नाल अनअफेक्टेड, अनअफेक्टेड मतलब किसी चीज को प्रभाव ना पे। सो इसका जो राइट आंसर बनेगा दैट इज ऑप्शन नंबर ए एलिवेटेड। अनअफेक्टेड का जो एंटोनियम बनेगा दैट इज एलिवेटेड। सो ये तुसी आइडेंटिफाई करना है कि दोनों वर्ड सिनोनिम्स ने या फिर एंटोनियम। ठीक है जी। इसकी शीट भी टैलीग्राम चैनल पे है, अगर तुसी याद करनी है तो तुसी इथों डाउनलोड कर सकते हो। नेक्स्ट वन इज इत्थे भी तुसी आइडेंटिफाई करना है कि क्लासिफिकेशन किस दे बेस ते है। हुण फॉर एग्जांपल जो एक्टर है, एक्टर किथे परफॉर्म करदा है, स्टेज दे ऊपर, रोस्ट्रम। हुण अगर कोई ओरेटर है, ओरेटर मतलब जो स्पीच दिंदा है, वो किथे परफॉर्म करेगा, रोस्ट्रम। सो इसका जो राइट आंसर बनेगा दैट इज ऑप्शन नंबर डी। ऑप्शन नंबर डी इज द राइट आंसर। नेक्स्ट वन इज for each underlined part in the sentence 4 words phrases are listed below, choose the word nearest in meaning। मतलब कि अपन ने सिनोनिम नु फाइंड आउट करना है। हुण जिवें इत्थे वर्ड लिखे रिडीम, रिडीम का मतलब की हुंदा है किसी चीज नु वापस तो रिटेन करना या फिर किसी चीज नु वापस तो रिकवर करना, मतलब कि बैक उसनु उसदी पोजीशन ते लेके आना। So, in spite of the best effort of the officer, couldn't redeem his prestige। So, इसका जो right answer बनेगा that is option number A। redeem का synonym की है recover करना या फिर किसी चीज नो retain करना। So, option number A is the right answer। Next one is choose the word nearest in meaning। Again nearest which means अपन ने synonym नो find out करना है। हुण जिवें इत्थे वर्ड लिखे है abundant, abundant का मतलब की हुंदा है बहुत ज्यादा, बहुत ज्यादा। इसके होर सिनोनिम्स की ने ample, bountiful, plentiful। ठीक है, याद रखना है एम्पल, बाउंटीफुल, प्लेंटीफुल। इसका मतलब की हुंदा है किसी भी चीज का बहुत ज्यादा मात्रा दे विच प्रेजेंट होना। सो अपन ने नियरेस्ट वर्ड नु फाइंड आउट करना है। सो इसका जो राइट आंसर बनेगा दैट इज ऑप्शन नंबर बी प्लेंटीफुल। हुण अगर आपां अबंडेंट दे एंटोनियम दी गल करते हैं, इसके ऑपोजिट वर्ड की होएगा, स्कार्सिटी, किसी चीज की कमी होना, इनएडिक्वेट, किसी चीज की अगेन कमी होना, या फिर पॉजिटिव, पॉजिटिव। ठीक है, सारे किने एंटोनियम ने किस दे, अबंडेंट दे। सो इसका जो राइट आंसर बनेगा दैट इज ऑप्शन नंबर बी। नेक्स्ट वन इज रिलेटेड टू अ ईडियम। सो ईडियम का ये क्वेश्चन है। सो द ईडियम इज ऑन द स्पर ऑफ द मूवमेंट। स्पर ऑफ द मूवमेंट का मतलब की होंदा है कि जदों आपां कोई काम बिना मतलब कि बहुत देरी दे नाल करदे आ, एट द एंड मूवमेंट, एट वंस, विदाउट एनी काइंड ऑफ डेलिबरेशन। सो इसका जो राइट आंसर बनेगा ऑप्शन नंबर ए, ऑन द स्पर ऑफ द मूवमेंट मतलब बिना डिले तो किसी काम नू करना। तुसी सिंपल इसका मीनिंग याद रख सकते हो, विदाउट डिले,
without delay. So option number A is the right answer. Next one is snap one's finger. Snap one's finger ਦਾ ਮਤਲਬ ਹੁੰਦਾ ਹੈ ਕਿਸੇ ਨੂੰ ਚੈਲੰਜ ਦੇਣਾ. Snap one's finger ਮਤਲਬ to give challenge. ਇਹ idioms ਨੇ, ਠੀਕ ਹੈ, ਅਰਾਊਂਡ 200-300 idioms ਨੇ ਜੋ ਕਿ ਤੁਸੀਂ ਯਾਦ ਕਰਨੇ ਨੇ ਟ੍ਰਿਪਲ ਐਸਪੀ ਐਗਜ਼ਾਮ ਦੇ ਲਈ. ਸੋ ਦਾ ਰਾਈਟ ਆਨਸਰ ਇਜ਼ ਆਪਸ਼ਨ ਨੰਬਰ ਸੀ. नेक्स्ट वन इज कन्फेस. कन्फेस का मतलब की होता है किसी चीज ਨੂੰ रिवील करना, डिस्क्लोज करना. सो अपन इज द ऑपोजिट मीनिंग दसना है. कन्फेस का मतलब की होता है किसी चीज ਨੂੰ रिवील करना या फिर डिस्क्लोज करना. रिवील एंड डिस्क्लोज. सो अपन इज द ऑपोजिट मीनिंग दसना है. कन्फेस का जो ऑपोजिट मीनिंग आएगा दैट इज कंसील. कंसील का मतलब होता है किसी चीज ਨੂੰ लुको के रखना, हाइड करना. कंसील इज अ राइट आंसर ऑप्शन नंबर बी जो कि ऑपोजिट वर्ड है कन्फेस का. ठीक है जी. सो दीज आर सम इंपॉर्टेंट क्वेश्चन जो कि एक्साइज इंस्पेक्टर ਦੇ एग्जाम ਚ ਪੁੱਛੇ ਗਏ ਸੀਗੇ. ਜੇਕਰ ਤੁਹਾਨੂੰ ਇਸ ਦੀ ਪੀਡੀਐਫ ਚਾਹੀਦੀ ਹੈ, ਕੋਈ ਵੀ ਲਰਨਿੰਗ ਕੰਟੈਂਟ ਲਾਈਕ ਐਂਟੋनियम सिनोनियम, वन वर्ड सब्स्टिट्यूशन एंड इडियम, सो अपना जो ਟੈਲੀਗ੍ਰਾਮ ਚੈਨਲ ਹੈ ਰੀਜ਼ ਇਨਸਾਈਟ, ਜਿਸ ਦਾ ਲਿੰਕ ਤੁਹਾਨੂੰ ਡਿਸਕ੍ਰਿਪਸ਼ਨ ਚ ਮਿਲ ਜਾਏਗਾ, ਉੱਥੋਂ ਤੁਸੀਂ ਪੀਡੀਐਫ ਡਾਊਨਲੋਡ ਕਰ ਸਕਦੇ ਹੋ. ਸੋ ਟਿਲ ਦੈਨ ਥੈਂਕ ਯੂ ਸੋ ਮਚ.